खबर खास ਵਿੱਚ ਤੁਹਾਡਾ ਸਵਾਗਤ ਹੈ। मैं ਹਾਂ ਮਨਿੰਦਰ ਸਿੰਘ ਮੋਂਗਾ। ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿੰਜ ਮਨਾਇਆ ਗਿਆ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਥਾਪਨਾ ਦਿਵਸ ਤੇ ਕਿਹੋ ਜਿਹਾ ਰਿਹਾ ਐਸਜੀਪੀਸੀ ਦਾ 98 ਵਰਿਆਂ ਦਾ ਇਹ ਲੰਬਾ ਸਫ਼ਰ। ਤਾਂ ਸ਼ੁਰੂਆਤ ਕਰਦੇ ਹਾਂ ਖਬਰ ਖਾਸ ਦੀ। सब तो पहला ਝਾਤ ਪਾਉਂਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਰਬਾਨੀਆਂ ਭਰੇ ਇਤਿਹਾਸ ਤੇ। ਮਨੁੱਖ ਨੂੰ ਮਨੁੱਖ ਤੋਂ ਅਲੱਗਾ ਕਰਨ ਵਾਲੀ ਵਿਤਕਰੇ ਦੀ ਭਾਵਨਾ ਤੋਂ ਜੰਮੀ ਕੁੱਲ ਲੋਕਾਈ ਨੂੰ ਇੱਕ ਕਰਨ ਦੀ ਚਾਹ, ਆਪਸੀ ਭਾਈਚਾਰੇ ਅਤੇ ਰੱਬ ਨਾਲ ਇੱਕ ਸੁਰਤਾ ਹੋਣ ਦੀ ਚਾਹ। ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਸੰਨ 1469 ਤੋਂ 1708 ਈਸਵੀ ਤੱਕ 239 ਸਾਲ ਪੰਜਾਬ ਦੀ ਧਰਤੀ ਤੇ ਗੁਰੂ ਕੀ ਬਾਣੀ ਦੇ ਰੂਪ ਵਿੱਚ ਰੱਬੀ ਨੂਰ ਰਜ ਰਜ ਕੇ ਵਰਸਿਆ। ਇਸ ਕੂੜ ਦੇ ਅੰਧਕਾਰ ਭਰੇ ਮਾਹੌਲ ਵਿੱਚ ਸਿੱਖ ਧਰਮ ਅਧਿਆਤਮਿਕ ਰੂਸ਼ਨਾਈ ਦੀ ਨਵੀਂ ਆਸ ਲੈ ਕੇ ਆਇਆ। 10 ਗੁਰੂ ਸਾਹਿਬਾਨ ਦੇ ਇਲਾਹੀ ਗਿਆਨ ਨੇ ਸਮੇਂ ਸਥਾਨ ਤੋਂ ਪਰੇ ਮਾਨਵਤਾ ਨੂੰ ਨਵੀਂ ਰਾਹ ਵਿਖਾਈ। 20ਵੀਂ ਸਦੀ ਦੇ ਆਰੰਭ ਵਿੱਚ ਭ੍ਰਸ਼ਟ ਅਤੇ ਲੋਭੀ ਮਹੰਤਾਂ ਦੀਆਂ ਨੀਤੀਆਂ ਨੇ ਗੁਰੂ ਸਾਹਿਬਾਨ ਦੇ ਰੂਹਾਨੀ ਸੰਦੇਸ਼ ਨੂੰ ਵਿਗਾੜਨ ਵਿੱਚ ਕੋਈ ਕਸਰ ਨਾ ਛੱਡੀ। ਸਿੱਖਾਂ ਵਿੱਚ ਪਾੜੋ ਤੇ ਰਾਜ ਕਰੋ ਦੀ ਨੀਤੀ ਅਧੀਨ ਅੰਗਰੇਜ਼ਾਂ ਨੇ ਆਪਣੀਆਂ ਕਠਪੁਤਲੀਆਂ ਵਜੋਂ ਇਹਨਾਂ ਮਹੰਤਾਂ ਨੂੰ ਥਾਪੜਾ ਦਿੱਤਾ, ਪਰ ਇਹ ਜ਼ਿਆਦਾ ਦੇਰ ਤੱਕ ਕਾਮਯਾਬ ਨਾ ਹੋ ਸਕੇ। ਸਿੱਖ ਕੌਮ ਵਿੱਚ ਗੁਰਦੁਆਰਾ ਪ੍ਰਬੰਧ 'ਚ ਸੁਧਾਰ ਅਤੇ ਇਸ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਗੁਰਦੁਆਰਾ ਸੁਧਾਰ ਲਹਿਰ ਨੇ ਜਨਮ ਲਿਆ। ਕੋਈ ਸ਼ੱਕ ਨਹੀਂ ਕਿ ਇਸ ਲਹਿਰ ਨੂੰ ਬ੍ਰਿਟਿਸ਼ ਹਕੂਮਤ ਦੇ ਕਰੜੇ ਵਿਰੋਧਾਂ ਦਾ ਸਾਹਮਣਾ ਕਰਨਾ ਪਿਆ। ਬਹੁਤ ਸਾਰੇ ਸਿੱਖਾਂ ਨੂੰ ਜੇਲ੍ਹਾਂ ਹੋਈਆਂ ਅਤੇ ਬਹੁਤ ਸਾਰੇ ਸਿੱਖ ਸ਼ਹੀਦ ਹੋਏ। 12 ਅਕਤੂਬਰ 1920 ਨੂੰ ਉਹਨਾਂ ਸਿੱਖਾਂ ਨੇ ਜਲਿਆਂਵਾਲਾ ਬਾਗ ਵਿਖੇ ਧਾਰਮਿਕ ਇਕੱਠ ਕੀਤਾ ਅਤੇ ਹਰਮੰਦਰ ਸਾਹਿਬ ਦੇਗ ਕਰਾਉਣ ਤੇ ਅਰਦਾਸ ਕਰਨ ਲਈ ਚਾਲੇ ਪਾਏ। 15 ਨਵੰਬਰ 1920 ਨੂੰ ਅਕਾਲ ਤਖ਼ਤ ਸਾਹਿਬ ਤੇ ਸਿੱਖਾਂ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਹੋਏ ਇਕੱਠ ਵਿੱਚ 175 ਸਿੱਖ ਨੁਮਾਇੰਦੇ ਚੁਣੇ ਗਏ ਤੇ ਕਮੇਟੀ ਬਣਾਈ ਗਈ ਜੋ ਗੁਰਦੁਆਰਾ ਸੁਧਾਰ ਅਤੇ ਸਿੱਖੀ ਦੀ ਸੱਚੀ ਸੁੱਚੀ ਭਾਵਨਾ ਨੂੰ ਪੁਨਰ ਸੁਰਜੀਤ ਕਰਨ ਲਈ ਵਚਨਬੱਧ ਸੀ। ਇਸ ਕਮੇਟੀ ਦਾ ਨਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ। 1920 ਵਿੱਚ ਪਹਿਲੀ ਵਾਰ ਬਣੀ ਇਸ ਕਮੇਟੀ ਨੇ ਆਪਣਾ ਪਹਿਲਾ ਪ੍ਰਧਾਨ ਸਰਦਾਰ ਸੁੰਦਰ ਸਿੰਘ ਮਜੀਠੀਆ ਨੂੰ ਚੁਣਿਆ। ਛੇਤੀ ਇੱਕ ਹੋਰ ਸਵੈ ਇੱਛਤ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਈ ਜੋ ਕਿ ਰਾਜਨੀਤਿਕ ਗਤੀਵਿਧੀਆਂ ਨੂੰ ਤੇਜ਼ ਕਰਨ ਤੇ ਧਰਮ ਦੀ ਰੱਖਿਆ ਕਰਨ ਲਈ ਕਿਰਿਆਸ਼ੀਲ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਸੰਸਾਰ ਤੇ ਧਾਰਮਿਕ ਸੰਗਠਨ ਵਜੋਂ ਇੱਕੋ ਇੱਕ ਅਜਿਹੀ ਸੰਸਥਾ ਹੈ ਜੋ ਕਿ ਪੂਰੀ ਤਰ੍ਹਾਂ ਲੋਕਤਾਂਤਰਿਕ ਹੈ ਅਤੇ ਇਸ ਹੱਦ ਤੱਕ ਪਾਰਦਰਸ਼ੀ ਹੈ ਕਿ ਇਸ ਦਾ ਸਾਲਾਨਾ ਲੇਖਾ ਜੋਖਾ ਰਾਜ ਸਰਕਾਰ ਦੁਆਰਾ ਆਡਿਟ ਕੀਤਾ ਜਾਂਦਾ ਹੈ। ਗੁਰਦੁਆਰਾ ਪ੍ਰਬੰਧਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਤੇ ਸਿੱਖ ਧਰਮ ਦੀ ਸੱਚੀ ਸੁੱਚੀ ਭਾਵਨਾ ਨੂੰ ਪੂਰਨ ਰੂਪ ਵਿੱਚ ਸਥਾਪਕ ਕਰਨ ਅਤੇ ਧਾਰਮਿਕ ਸਥਾਨਾਂ ਨੂੰ ਸੱਤਾ ਦੇ ਲੋਭੀਆਂ ਤੇ ਲਾਲਚੀਆਂ ਦੇ ਹੱਥ ਜਾਣ ਤੋਂ ਰੋਕਣ ਲਈ ਇੱਕ ਸਮੁੱਚਾ ਸਿਸਟਮ ਬਣਾਇਆ ਗਿਆ ਹੈ ਤੇ ਪੱਕਾ ਨਿੱਘਰ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਸੰਵਿਧਾਨ ਬਣਾਇਆ ਗਿਆ ਹੈ ਜੋ ਵੱਖ-ਵੱਖ ਕਾਰਜਾਂ ਲਈ ਬੁਨਿਆਦੀ ਤੌਰ ਤੇ ਦਿਸ਼ਾ ਨਿਰਦੇਸ਼ ਕਰਦਾ ਹੈ। ਸ਼੍ਰੋਮਣੀ ਕਮੇਟੀ ਵਿੱਚ ਕੁੱਲ 190 ਮੈਂਬਰ ਹਨ। ਪੁਰਾਤਨ ਪੰਜਾਬ ਦੇ 120 ਖੇਤਰਾਂ ਵਿੱਚੋਂ 170 ਮੈਂਬਰ ਚੁਣ ਕੇ ਆਉਂਦੇ ਹਨ। 15 ਮੈਂਬਰ ਕੋਆਪਟ ਕੀਤੇ ਜਾਂਦੇ ਹਨ। ਬਾਕੀ ਦੇ ਮੈਂਬਰਾਂ ਵਿੱਚੋਂ 5 ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਆਪਣੇ ਅਹੁਦੇ ਕਰਕੇ ਮੈਂਬਰ ਹਨ। ਇਹ ਚੋਣ ਹਰ 5 ਸਾਲ ਬਾਅਦ ਕੀਤੀ ਜਾਂਦੀ ਹੈ। ਭਾਵੇਂ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਚੋਣ ਲੜਦੀਆਂ ਹਨ, ਪਰ ਹਰ ਵਾਰ ਸ਼੍ਰੋਮਣੀ ਅਕਾਲੀ ਦਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿੱਤਦਾ ਆ ਰਿਹਾ ਹੈ।
ਸ਼੍ਰੋਮਣੀ ਕਮੇਟੀ ਦੇ ਕਾਰਜ ਨੂੰ 20 ਦੇ ਲਗਭਗ ਵੱਖ-ਵੱਖ ਵਿਭਾਗਾਂ ਵਿੱਚ ਵੰਡਿਆ ਗਿਆ ਹੈ ਤੇ ਇਸ ਪ੍ਰਬੰਧ ਨੂੰ ਚਲਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਜ਼ਾਰਾਂ ਕਰਮਚਾਰੀ ਸੇਵਾ ਸਾਂਝੀਵਾਲਤਾ ਦਾ ਪ੍ਰਤੀਕ ਅਤੇ ਸਰਬੱਤ ਦੇ ਭਲੇ ਦਾ ਮਹਾਨ ਪਾਵਨ ਕੇਂਦਰੀ ਸਥਾਨ ਹੈ ਸਿਫਤੀ ਦਾ ਘਰ ਸ਼੍ਰੀ ਹਰਿਮੰਦਰ ਸਾਹਿਬ, ਜੋ ਸਿੱਖੀ ਸ਼ਰਧਾ ਅਤੇ ਰੂਹਾਨੀਅਤ ਦਾ ਜਿਉਂਦਾ ਜਾਗਦਾ ਪ੍ਰਤੱਖ ਰੂਪ ਹੈ। ਸ਼੍ਰੀ ਹਰਿਮੰਦਰ ਸਾਹਿਬ ਵਿਖੇ ਦਿਨ ਦਾ ਆਰੰਭ ਸ਼੍ਰੀ ਦਰਬਾਰ ਸਾਹਿਬ ਦੇ ਸਿੰਘ ਸਾਹਿਬਾਨ ਤੇ ਸ਼ਰਧਾਲੂਆਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਨਹਿਰੀ ਪਾਲਕੀ ਵਿੱਚ ਸੁਸ਼ੋਭਿਤ ਕਰਕੇ ਉਹਨਾਂ ਦੇ ਪਵਿੱਤਰ ਸਿੰਘਾਸਨ ਪ੍ਰਕਾਸ਼ ਅਸਥਾਨ ਤੇ ਲੈ ਜਾਏ ਜਾਣ ਨਾਲ ਹੁੰਦਾ ਹੈ, ਜਿੱਥੇ ਪੂਰਨ ਮਰਿਆਦਾ ਨਾਲ ਰੋਜ਼ਾਨਾ ਪ੍ਰਕਾਸ਼ ਕੀਤਾ ਜਾਂਦਾ ਹੈ। ਸ਼੍ਰੀ ਹਰਿਮੰਦਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਦਾ ਆਰੰਭ ਰਾਗੀ ਸਿੰਘਾਂ ਦੇ ਗੁਰਬਾਣੀ ਕੀਰਤਨ ਦੁਆਰਾ ਹੁੰਦਾ ਹੈ। ਇਸ ਇਲਾਹੀ ਉਸਤਤ ਦੀਆਂ ਧੁਨਾਂ ਪਾਵਨ ਸਰੋਵਰ ਨੂੰ ਤਰੰਗਿਤ ਕਰਦੀਆਂ ਸਮੁੱਚੇ ਵਾਤਾਵਰਣ ਨੂੰ ਪਵਿੱਤਰ ਬਣਾ ਦਿੰਦੀਆਂ ਹਨ। ਚੌਂ ਦਿਸ਼ਾਵਾਂ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਸਮੁੱਚੀ ਮਾਨਵਤਾ ਲਈ ਹਮੇਸ਼ਾ ਖੁੱਲ੍ਹੇ ਹਨ। ਇੱਥੇ ਹਜ਼ਾਰਾਂ ਸ਼ਰਧਾਲੂਆਂ ਵੱਲੋਂ ਸ਼ਰਧਾ ਵਜੋਂ ਕੜਾ ਪ੍ਰਸਾਦ ਦੀ ਤਿਆਰ ਦੇਗ ਭੇਂਟ ਕੀਤੀ ਜਾਂਦੀ ਹੈ, ਜੋ ਸੰਤਾਂ ਦੇ ਅਟੁੱਟ ਭਰੋਸੇ ਦਾ ਪ੍ਰਤੀਕ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਚੜ੍ਹਾਵੇ ਦਾ ਲੇਖਾ ਜੋਖਾ ਰੱਖਣ ਵਾਲੇ ਕੰਪਿਊਟਰ ਸਿਸਟਮ ਦੁਆਰਾ ਕੰਪਿਊਟਰਾਈਜ਼ਡ ਰਸੀਦ ਹਰ ਸ਼ਰਧਾਲੂ ਨੂੰ ਦਿੱਤੀ ਜਾਂਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਰਿਆਦਾ ਪੂਰਵਕ ਗੋਲਡਨ ਆਫਸੈਟ ਪ੍ਰੈਸ ਵਿੱਚ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਦੇਸ਼ ਭਰ ਤੇ ਗੁਰੂ ਘਰਾਂ ਦੇ ਪ੍ਰਬੰਧਕਾਂ ਵੱਲੋਂ ਪੁੱਜੀ ਮੰਗ ਅਨੁਸਾਰ 5 ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਵਿਸ਼ੇਸ਼ ਤਿਆਰ ਕੀਤੀ ਗਈ ਏਸੀ ਬੱਸ ਰਾਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਸਰੂਪ ਪਹੁੰਚਾਏ ਜਾਂਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ਵ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਦੀ ਸੁਰੱਖਿਆ ਸੰਭਾਲ ਹਿੱਤ ਸਥਾਪਿਤ ਪ੍ਰਤਿਨਿਧ ਬੁਨਿਆਦੀ ਸਿਰਮੌਰ ਧਾਰਮਿਕ ਸੰਸਥਾ ਹੈ ਅਤੇ 62 ਗੁਰਦੁਆਰਿਆਂ ਦੀ ਸੇਵਾ ਸੰਭਾਲ ਤੇ ਪ੍ਰਬੰਧ ਸਿੱਧੇ ਤੌਰ ਤੇ ਇਸ ਸੰਸਥਾ ਦੁਆਰਾ ਕੀਤੇ ਜਾਂਦੇ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪੂਰੇ ਭਾਰਤ ਵਿੱਚ 10 ਸਿੱਖ ਮਿਸ਼ਨ ਵੀ ਚਲਾਏ ਜਾ ਰਹੇ ਹਨ, ਜਿਨ੍ਹਾਂ ਦਾ ਮੁੱਖ ਮੰਤਵ ਬਾਣੀ ਦੇ ਪ੍ਰਚਾਰ ਦੇ ਨਾਲ-ਨਾਲ ਇੱਕ ਅਕਾਲ ਪੁਰਖ ਵਿੱਚ ਵਿਸ਼ਵਾਸ ਅਤੇ ਮਨੁੱਖੀ ਭਾਈਚਾਰੇ ਦੀ ਭਾਵਨਾ ਨੂੰ ਵਿਸ਼ਵ ਭਰ ਵਿੱਚ ਫੈਲਾਉਣਾ ਹੈ। ਇਸ ਸਮੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ 14,000 ਦੇ ਲਗਭਗ ਦੁਰਲਭ ਕਿਤਾਬਾਂ ਤੇ ਹੱਥ ਲਿਖਤਾਂ ਹਨ ਅਤੇ ਇਸੇ ਤਰ੍ਹਾਂ ਗੁਰੂ ਰਾਮਦਾਸ ਲਾਇਬ੍ਰੇਰੀ ਵਿੱਚ 17,000 ਇਹੋ ਜਿਹੀਆਂ ਹੀ ਪੁਸਤਕਾਂ ਤੇ ਦਸਤਾਵੇਜ਼ ਹਨ। ਸਮਕਾਲੀਨ ਸੰਦਰਭ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜਿਹੀ ਸੰਸਥਾ ਹੈ ਜੋ ਸਿੱਖੀ ਸਿਧਾਂਤਾਂ ਦੇ ਪ੍ਰਚਾਰ ਪ੍ਰਸਾਰ ਦੇ ਨਾਲ-ਨਾਲ ਆਪਣੇ ਪ੍ਰਬੰਧਾਂ ਅਤੇ ਕਾਰਜ ਪ੍ਰਣਾਲੀ ਦੁਆਰਾ ਸਮੇਂ ਦੀ ਹਾਨੀ ਹੋਣਾ ਵੀ ਜਾਣਦੀ ਹੈ। ਜਿਹੜੇ ਲੋਕ ਹਰਿਮੰਦਰ ਸਾਹਿਬ ਆਉਣ ਤੋਂ ਅਸਮਰਥ ਹਨ, ਉਹਨਾਂ ਲਈ ਆਨਲਾਈਨ ਸੁਵਿਧਾ ਦਿੱਤੀ ਗਈ ਹੈ, ਜਿਸ ਵਿੱਚ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਅਤੇ ਸ਼ਾਮ ਸਮੇਂ ਗੁਰਬਾਣੀ ਕੀਰਤਨ, ਅਰਦਾਸ ਅਤੇ ਹੁਕਮਨਾਮਾ ਪ੍ਰਸਾਰਿਤ ਕੀਤਾ ਜਾਂਦਾ ਹੈ। ਧਰਮ ਪ੍ਰਚਾਰ ਕਮੇਟੀ ਦੁਆਰਾ ਆਯੋਜਿਤ ਕੀਤੇ ਜਾਂਦੇ ਨਗਰ ਕੀਰਤਨ ਤੇ ਢਾਡੀ ਜਥਿਆਂ ਦੀਆਂ ਵਾਰਾਂ ਦਾ ਆਨੰਦ ਅੱਖੀ ਵੇਖਿਆ ਹੀ ਬਣਦਾ ਹੈ, ਜਿਸ ਤੋਂ ਰੂਹਾਨੀ ਉੱਚਤਾ ਤੇ ਆਤਮਿਕ ਆਨੰਦ ਦਾ ਅਹਿਸਾਸ ਹੁੰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕੀਤੇ ਗਏ ਹਰ ਕਾਰਜ ਦਾ ਪੂਰਾ ਲੇਖਾ ਜੋਖਾ ਰਾਜ ਸਰਕਾਰ ਦੁਆਰਾ ਆਡਿਟ ਕੀਤਾ ਜਾਂਦਾ ਹੈ। ਆਮਦਨ ਖਰਚ ਦੀ ਮਹੀਨੇਵਾਰ ਰਿਪੋਰਟ ਮਾਸਕ ਪਰਚੇ ਗੁਰਦੁਆਰਾ ਗਜ਼ਟ ਵਿੱਚ ਪ੍ਰਕਾਸ਼ਿਤ ਕੀਤੀ ਜਾਂਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਲੇਖਾ ਜੋਖਾ ਆਪਣੇ ਤੌਰ ਤੇ ਵੀ ਆਡਿਟ ਕਰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਮਦਨ ਦਾ ਮੁੱਖ ਸਾਧਨ ਇਸ ਦੇ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬ ਦੀ ਆਮਦਨੀ ਤੋਂ 10% ਧਰਮ ਪ੍ਰਚਾਰ ਫੰਡ
10% ਦਸਵੰਧ ਅਤੇ 5% ਵਿਦਿਆ ਫੰਡ ਵਜੋਂ ਹੀ ਹਨ। ਇਹਨਾਂ ਸਾਰਿਆਂ ਗੁਰਦੁਆਰਿਆਂ ਕੋਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ 25% ਫੰਡ ਲੈਂਦੀ ਹੈ, ਜਿਸ ਦੁਆਰਾ ਉਹ ਆਪਣੀ ਗਤੀਵਿਧੀਆਂ ਚਲਾਉਂਦੀ ਹੈ। ਦਸਵੰਧ ਖਾਤੇ ਦਾ ਪ੍ਰਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਦਫ਼ਤਰੀ ਖਰਚਿਆਂ ਲਈ ਕੀਤੀਆਂ ਜਾਂਦੀਆਂ ਹਨ। ਧਰਮ ਪ੍ਰਚਾਰ ਕਮੇਟੀ ਦੇ ਫੰਡ ਦੀ ਵਰਤੋਂ ਵੱਡੇ ਪੱਧਰ ਤੇ ਚਲਾਈ ਜਾਣ ਵਾਲੀਆਂ ਧਾਰਮਿਕ ਗਤੀਵਿਧੀਆਂ ਲਈ ਹੁੰਦੀ ਹੈ, ਜਿਵੇਂ ਵੀਡੀਓ ਵੈਨ ਰਾਹੀਂ ਬਾਣੀ ਦੇ ਸੰਦੇਸ਼ ਨੂੰ ਪਿੰਡ-ਪਿੰਡ ਤੱਕ ਪਹੁੰਚਾਉਣਾ, ਰਾਗੀ, ਢਾਡੀ ਜੱਥੇ, ਮੁਫਤ ਗੁਰਮਤ ਸਾਹਿਤ ਅਤੇ ਸਿੱਖ ਮਿਸ਼ਨ ਲਈ ਕੀਤੇ ਕੰਮ ਇਸ ਵਿੱਚ ਸ਼ਾਮਲ ਹਨ। ਸਿੱਖੀ ਦੀ ਮੂਲ ਭਾਵਨਾ ਨੂੰ ਸਾਕਾਰ ਕਰਨ ਹਿਤ ਸਿੱਖਿਆ ਦੇ ਪ੍ਰਸਾਰ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ 40 ਸਕੂਲ, 26 ਕਾਲਜ ਅਤੇ ਉਦਯੋਗਿਕ ਸੰਸਥਾਵਾਂ ਚਲਾਈਆਂ ਜਾ ਰਹੀਆਂ ਹਨ, ਜੋ ਕਿ ਦੇਸ਼ ਭਰ ਦੇ ਲਗਭਗ ਹਜ਼ਾਰਾਂ ਨੌਜਵਾਨਾਂ ਨੂੰ ਨਵੀਂ ਰੌਸ਼ਨੀਆਂ ਦੇ ਰਹੀਆਂ ਹਨ। SGPC ਵੱਲੋਂ ਚਲਾਏ ਜਾ ਰਹੇ ਸਕੂਲਾਂ ਬਦੌਲਤ ਹਜ਼ਾਰਾਂ ਲੜਕੇ ਲੜਕੀਆਂ ਵਿੱਦਿਆ ਪ੍ਰਾਪਤ ਕਰ ਰਹੇ ਹਨ। ਕੁਝ ਸਕੂਲ ਪਛੜੇ ਇਲਾਕਿਆਂ ਵਿੱਚ ਹਨ। SGPC ਦੀ ਮਦਦ ਬਿਨਾਂ ਇਹਨਾਂ ਇਲਾਕਿਆਂ ਦੇ ਬੱਚੇ ਸਕੂਲ ਸਿੱਖਿਆ ਹਾਸਲ ਨਹੀਂ ਕਰ ਸਕਦੇ ਸਨ। ਸਿੱਖ ਪਛਾਣ ਵਿੱਚ ਔਰਤ ਦਾ ਸਸ਼ਕਤੀਕਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਹੀ ਹੋ ਰਿਹਾ ਹੈ, ਜਿਸ ਅਧੀਨ ਸਿਰਫ ਲੜਕੀਆਂ ਦੇ ਹੀ 10 ਸਕੂਲ ਤੇ ਕਾਲਜ ਚਲਾਏ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਯਤਨਾਂ ਦੁਆਰਾ ਲਏ ਗਏ ਇੱਕ ਇਤਿਹਾਸਿਕ ਫੈਸਲੇ ਦੁਆਰਾ ਕਿੱਤਾ ਮੁਖੀ ਸੰਸਥਾਵਾਂ ਵਿੱਚ 50% ਸੀਟਾਂ ਸਿੱਖਾਂ ਲਈ ਰਾਖਵੀਆਂ ਕਰ ਦਿੱਤੀਆਂ ਗਈਆਂ ਹਨ ਅਤੇ ਬਾਕੀ ਸੀਟਾਂ ਦੇਸ਼ ਭਰ ਦੀ ਹਰ ਕੌਮ ਤੇ ਹਰ ਕੋਨੇ ਤੋਂ ਸੰਬੰਧ ਰੱਖਣ ਵਾਲੇ ਲੋਕਾਂ ਦੁਆਰਾ ਭਰੀਆਂ ਜਾਂਦੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰ ਸਾਲ ਰਿਵਾਇਤੀ ਖਾਲਸਾਈ ਖੇਡਾਂ ਕਰਾਉਣ ਵਿੱਚ ਭਾਰੀ ਰੁਚੀ ਦਿਖਾਈ ਹੈ। ਕੇਵਲ ਖੇਡਾਂ ਵਿੱਚ ਹੀ ਨਹੀਂ, ਬਲਕਿ ਸਿੱਖ ਨੌਜਵਾਨਾਂ ਨੂੰ ਸੋਚ, ਗਿਆਨ ਤੇ ਸਿਰਜਣਾਤਮਕ ਪੱਧਰ ਤੇ ਤਿਆਰ ਕਰਨ ਹਿਤ ਸੈਮੀਨਾਰਾਂ, ਭਾਸ਼ਣ ਮੁਕਾਬਲਿਆਂ ਅਤੇ ਨਾਟਕ ਖੇਡਣ ਲਈ ਵੀ ਹਜ਼ਾਰਾਂ ਰੁਪਏ ਦਿੱਤੇ ਜਾਂਦੇ ਹਨ। ਨੌਜਵਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸੰਚਲਿਤ ਉਦਯੋਗਿਕ ਸੰਸਥਾਨਾਂ ਵਿੱਚ ਜਾਂਦੇ ਹਨ। 19 ਕਾਲਜ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਹਨ, ਜੋ BA ਅਤੇ MA ਪੱਧਰ ਦੀਆਂ ਡਿਗਰੀਆਂ ਕਰਾਉਂਦੇ ਹਨ। 2 ਪੋਲੀਟੈਕਨਿਕ ਵੋਕੇਸ਼ਨਲ ਅਤੇ ਪ੍ਰੋਫੈਸ਼ਨਲ ਕੋਰਸਾਂ ਵਾਲੇ ਕਾਲਜ, ਜਿਵੇਂ ਕਿ ਗੁਰੂ ਨਾਨਕ ਪੋਲੀਟੈਕਨਿਕ ਕਾਲਜ ਲੁਧਿਆਣਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਪੋਲੀਟੈਕਨਿਕ ਕਾਲਜ ਫਤਿਹਗੜ੍ਹ ਸਾਹਿਬ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਵਿਸ਼ੇਸ਼ ਮੈਡੀਕਲ ਤੇ ਡੈਂਟਲ ਹਸਪਤਾਲ ਤੇ ਉਹਨਾਂ ਨਾਲ ਜੁੜੇ ਹੋਏ ਕਾਲਜ ਖੋਲ੍ਹੇ ਗਏ ਹਨ, ਜੋ ਕਿ ਹਰ ਪ੍ਰਕਾਰ ਦੀ ਸਿੱਖਿਆ, ਸਹੂਲਤ, ਮਸ਼ੀਨਾਂ ਤੇ ਟ੍ਰੇਨਿੰਗ ਪ੍ਰਦਾਨ ਕਰਦੇ ਹਨ। ਸਿੱਖ ਸਿਧਾਂਤਾਂ ਦੇ ਪ੍ਰਚਾਰ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਈ ਹੋਰ ਸਾਧਨ ਅਪਣਾਏ ਜਾ ਰਹੇ ਹਨ। ਸਰਬੱਤ ਦੇ ਭਲੇ ਅਤੇ ਸਮਾਜਿਕ ਬਰਾਬਰੀ ਦੇ ਸਿਧਾਂਤ ਨੂੰ ਪ੍ਰਤੱਖ ਰੂਪ ਵਿੱਚ ਸਿੱਧ ਕਰਨ ਦਾ ਪ੍ਰਤੱਖ ਵਿਵਹਾਰਕ ਪ੍ਰਮਾਣ ਹੈ ਗੁਰੂ ਕਾ ਲੰਗਰ। ਇੰਨੇ ਵੱਡੇ ਪੱਧਰ ਤੇ ਚਲਾਏ ਜਾਣ ਵਾਲਾ ਇਹ ਵਿਸਤ੍ਰਿਤ ਨੈਟਵਰਕ ਗੁਰਦੁਆਰਿਆਂ ਵਿੱਚ ਹਰ ਰੋਜ਼ ਮੁਫਤ ਮੁਹੱਈਆ ਕਰਾਇਆ ਜਾਂਦਾ ਹੈ। ਇਹ ਸੰਸਥਾਗਤ ਪੱਧਰ ਤੇ ਉਨਾ ਹੀ ਪੁਰਾਣਾ ਹੈ ਜਿੰਨਾ ਕਿ ਸਿੱਖ ਵਿਸ਼ਵਾਸ ਅਤੇ ਜਿਉਂਦੇ ਰਹਿਣ ਲਈ ਇਸ ਵਿਸ਼ਵਾਸ ਦਾ ਹੋਣਾ ਜ਼ਰੂਰੀ ਹੈ। ਹਰਮੰਦਰ ਸਾਹਿਬ ਵਿਖੇ ਇੱਕ ਦਿਨ ਵਿੱਚ ਤਕਰੀਬਨ 1 ਲੱਖ ਸੰਗਤਾਂ ਨੂੰ ਲੰਗਰ ਛਕਾਇਆ ਜਾਂਦਾ ਹੈ ਅਤੇ ਗੁਰਪੁਰਬ ਜਾਂ ਖਾਸ ਮੌਕਿਆਂ ਤੇ ਸੇਵਾਦਾਰਾਂ ਵੱਲੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਲਈ ਲੰਗਰ ਦੇ ਪ੍ਰਬੰਧ ਕੀਤੇ ਜਾਂਦੇ ਹਨ। ਇਹ ਦੁਨੀਆ ਦਾ ਸਭ ਤੋਂ ਵੱਡਾ ਰਸੋਈ ਘਰ ਹੈ, ਜਿਸ ਨੂੰ ਸੰਸਾਰ ਭਰ ਦੀਆਂ ਸੰਗਤਾਂ ਵੱਲੋਂ ਸੇਵਾ ਦੁਆਰਾ ਚਲਾਇਆ ਤੇ ਛਕਾਇਆ ਜਾਂਦਾ ਹੈ। ਉਹ ਸੰਗਤਾਂ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨਾਂ ਲਈ ਆਉਂਦੀਆਂ ਹਨ, ਉਹਨਾਂ ਦੇ ਰਹਿਣ ਬਸੇਰੇ ਲਈ ਆਧੁਨਿਕ ਸਹੂਲਤਾਂ ਵਾਲੀਆਂ ਸਰਾਵਾਂ ਹਨ। ਕਰ ਚਾਨਣ ਸਾਹਿਬ ਤੋਂ ਮਿਲੇ ਕਰ ਚਾਨਣ। ਇਸ ਸਮੇਂ 102 ਸਰਾਵਾਂ ਹਨ ਜਿਹੜੀਆਂ SGPC ਦੀ ਦੇਖ-ਰੇਖ ਵਿੱਚ ਚਲਦੀਆਂ ਹਨ ਅਤੇ ਇੱਕੋ ਸਮੇਂ ਘੱਟੋ-ਘੱਟ 7000 ਸ਼ਰਧਾਲੂਆਂ ਨੂੰ ਆਸਰਾ ਦਿੰਦੀਆਂ ਹਨ। ਕਾਰ ਸੇਵਾ ਵੀ ਉਨੀ ਹੀ ਮਹੱਤਵਪੂਰਨ ਹੈ ਜਿੰਨਾ ਨਾਮ ਸਿਮਰਨਾ ਜਾਂ ਪਰਮਾਤਮਾ ਨਾਲ ਜੁੜਨਾ। ਗੁਰੂ ਨਾਨਕ ਸਾਹਿਬ ਦੁਆਰਾ ਲਾਏ ਗਏ ਸਿੱਖੀ ਦੇ ਬੂਟੇ
ਅਤੇ ਬਾਕੀ ਗੁਰੂ ਸਾਹਿਬਾਨ ਦੁਆਰਾ ਪ੍ਰਫੁੱਲਤ ਕੀਤੇ ਸਿੱਖੀ ਬਾਗ ਨੂੰ ਸਿੱਖ ਜਗਤ ਦੀ ਇਸ ਧਾਰਮਿਕ ਸੰਸਥਾ ਵੱਲੋਂ ਹਰਿਆ ਭਰਿਆ ਬਣਾਉਣ ਅਤੇ ਸਿੱਖੀ ਦੀ ਮਹਿਕ ਨੂੰ ਵਿਸ਼ਵ ਭਰ ਵਿੱਚ ਫੈਲਾਉਣ ਲਈ ਸੁਹਿਰਦਤਾ ਨਾਲ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਗੁਰੂ ਸਾਹਿਬਾਨ ਦੁਆਰਾ ਬਖਸ਼ਿਸ਼ ਕੀਤੇ ਨਿਰਾਲੇ ਸਰੂਪ ਤੇ ਜੀਵਨ ਜਾਚ ਦੀਆਂ ਧਾਰਨੀ ਬਣ ਕੇ ਆਪਣੇ ਮਹਾਨ ਵਿਰਸੇ ਉੱਤੇ ਮਾਣ ਕਰ ਸਕਣ ਅਤੇ ਹਰ ਸਿੱਖ ਨੌਜਵਾਨ ਇਹ ਕਹਿਣ ਵਿੱਚ ਫਖਰ ਮਹਿਸੂਸ ਕਰੇ ਕਿ ਮੈਨੂੰ ਸਿੱਖੀ ਤੇ ਹੈ ਮਾਣ। ਆਓ ਸਿੱਖ ਸਤ ਗੁਰੂ ਕੇ ਪਿਆਰਿਓ। ਖਬਰ ਖਾਸ ਵਿੱਚ ਹੁਣ ਵੇਲਾ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਝਾਤ ਪਾਵਾਂਗੇ ਕਿ ਕਿੰਜ ਮਨਾਇਆ ਗਿਆ ਸ਼੍ਰੋਮਣੀ ਕਮੇਟੀ ਦਾ ਸਥਾਪਨਾ ਦਿਵਸ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 98ਵਾਂ ਸਥਾਪਨਾ ਦਿਹਾੜਾ ਹਰ ਸਿੱਖ ਲਈ ਬੇहद ਖਾਸ ਦਿਨ ਹੈ। ਅਜਿਹੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਵੀ ਇਸ ਦਿਨ ਨੂੰ ਬਹੁਤ ਖਾਸ ਤਰੀਕੇ ਦੇ ਨਾਲ ਮਨਾਇਆ ਗਿਆ। ਇੱਕ ਪਾਸੇ ਐਸਜੀਪੀਸੀ ਤੇ ਉਸਦੇ ਮੁਲਾਜ਼ਮਾਂ ਵੱਲੋਂ ਰਖਵਾਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਤਾਂ ਉੱਥੇ ਹੀ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਦੌਰਾਨ ਅਹਿਮ ਯੋਗਦਾਨ ਪਾਉਣ ਵਾਲੇ ਸਿੱਖਾਂ ਨੂੰ ਖਾਸ ਤੌਰ ਤੇ ਯਾਦ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 97 ਵਰ੍ਹਿਆਂ ਦੀ ਹੋ ਗਈ ਹੈ। ਸਿੱਖ ਮਰਿਆਦਾ ਦੀ ਆਨ ਬਾਨ ਸ਼ਾਨ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਮੁਲਕ ਭਰ ਦੇ ਗੁਰਦੁਆਰਾ ਸਾਹਿਬਾਨਾਂ ਦੀ ਸਾਂਭ ਸੰਭਾਲ ਅਤੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਨਿਭਾ ਰਹੀ ਸ਼੍ਰੋਮਣੀ ਕਮੇਟੀ ਦੇ ਸਥਾਪਨਾ ਦਿਹਾੜੇ ਨੂੰ ਖਾਸ ਢੰਗ ਨਾਲ ਮਨਾਇਆ ਗਿਆ। ਸਮਾਗਮਾਂ ਦੀ ਸ਼ੁਰੂਆਤ ਸ਼੍ਰੀ ਅਕਾਲ ਤਖਤ ਸਾਹਿਬ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਨਾਲ ਕੀਤੀ ਗਈ, ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਸਿੱਖ ਪੰਥ ਦੀਆਂ ਕਈ ਉੱਘੀਆਂ ਸ਼ਖਸੀਅਤਾਂ ਸ਼ਾਮਿਲ ਹੋਈਆਂ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਲੰਮੇ ਸਮੇਂ ਤੱਕ ਕਮੇਟੀ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ। ਕਿ ਅਸੀਂ ਅੱਜ ਉਸ ਸੰਸਥਾ ਦਾ ਜਿਹੜੀ ਸਾਰੀ ਦੁਨੀਆ ਦੇ ਇਤਿਹਾਸ ਵਿੱਚ ਬਹੁਤ ਵੱਡੇ ਖੂਨੀ ਸਿੱਖੀ ਸੰਘਰਸ਼ ਵਿੱਚੋਂ ਪੈਦਾ ਹੋਈ ਔਰ ਜਿਸ ਸੰਸਥਾ ਨੂੰ ਹੋਂਦ ਹਸਤੀ ਵਿੱਚ ਲਿਆਉਣ ਵਾਸਤੇ ਅਣਗਿਣਤ ਸਿੰਘਾਂ ਸਿੰਘਣੀਆਂ ਭਜੰਗੀਆਂ ਨੇ ਅਸਹਿਤ ਇੱਕ ਤਸੀਹੇ ਚੱਲੇ, ਕੁਰਬਾਨੀਆਂ ਦਿੱਤੀਆਂ ਔਰ ਸਵੇ ਦੀ ਫਰੰਗੀ ਸਰਕਾਰ ਨੂੰ ਹਰਾਇਆ। ਉਹ ਸਾਰੇ ਇਤਿਹਾਸ ਨੂੰ ਯਾਦ ਕਰਨ ਵਾਸਤੇ ਔਰ ਅਕਾਲ ਪੁਰਖ ਪਾਤਸ਼ਾਹ ਦਾ ਸ਼ੁਕਰਾਨਾ ਕਰਨ ਵਾਸਤੇ ਔਰ ਸਾਰੇ ਪ੍ਰਸ਼ਾਸਨ ਦੀਆਂ ਇਸ਼ਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਦਾ ਇਹ ਸਮਾਗਮ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੀ ਹੋਂਦ ਦਾ ਇਤਿਹਾਸ ਵੀ ਸਿੱਖ ਧਰਮ ਵਾਂਗ ਹੀ ਕਈ ਲੰਮੀਆਂ ਲੜਾਈਆਂ, ਤਸੀਹੇ ਅਤੇ ਕੁਰਬਾਨੀਆਂ ਨਾਲ ਲਬਰੇਜ਼ ਹੈ। ਪਰ ਇਸ ਤੋਂ ਬਾਅਦ ਕਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਨੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਉਦਮ ਕੀਤੇ ਅਤੇ ਫਿਰ ਕਿਹਨਾਂ ਲੋਕਾਂ ਨੇ 98 ਵਰ੍ਹਿਆਂ ਦੇ ਇਸ ਸਫ਼ਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ, ਉਹਨਾਂ ਨੂੰ ਵੀ ਇਸ ਮੌਕੇ ਬਖੂਬੀ ਯਾਦ ਕੀਤਾ ਗਿਆ। ਸਿੱਖ ਕੇਂਦਰੀ ਅਜਾਇਬ ਘਰ ਵਿੱਚ ਉਹਨਾਂ ਸ਼ਖਸੀਅਤਾਂ ਦੀਆਂ ਤਸਵੀਰਾਂ ਸਥਾਪਿਤ ਕੀਤੀਆਂ ਗਈਆਂ ਅਤੇ ਨਾਲ ਹੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਗੁਰਮਤ ਪ੍ਰਚਾਰ ਰਾਹੀਂ ਸੰਗਤ ਨੂੰ ਸਿੱਖੀ ਨਾਲ ਜੋੜਨ ਵਾਲੇ ਸੰਤ ਬਾਬਾ ਵੈਸਾਖ ਸਿੰਘ, ਗੁਰਮਤ ਸੰਗੀਤ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੀ ਬੀਬੀ ਜਸਵੀਰ ਕੌਰ ਜੀ ਖਾਲਸਾ ਅਤੇ ਅਮਰੀਕਾ ਦੇ ਮਿਲਵਾਕੀ ਸ਼ਹਿਰ ਵਿੱਚ ਗੁਰਦੁਆਰਾ ਸਿੱਖ ਟੈਂਪਲ ਆਫ ਵਿਸਕੌਨਸਿਨ ਵਿੱਚ ਸੰਗਤਾਂ ਨੂੰ ਬਚਾਉਂਦਿਆਂ ਹੋਇਆਂ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਈ ਸਤਵੰਤ ਸਿੰਘ ਜੀ ਦੀਆਂ ਅਜਾਇਬ ਘਰ ਵਿੱਚ ਲਗਾਈਆਂ ਗਈਆਂ ਇਹ ਤਸਵੀਰਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਿਤ ਕਰਨਗੀਆਂ। ਇਹਨਾਂ ਮਹਾਨ ਸ਼ਖਸੀਅਤਾਂ ਨੇ ਸੰਤ ਬਾਬਾ ਵਿਸਾਖਾ ਸਿੰਘ ਜੀ, ਜਿਨ੍ਹਾਂ ਨੇ ਮਾਲਵਾ ਦਾ ਇਤਿਹਾਸ ਲਿਖਿਆ, ਜਿਨ੍ਹਾਂ ਨੇ ਗੁਰਮਤਿ ਪ੍ਰਚਾਰ ਪ੍ਰਸਾਰ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਔਰ ਸਾਰਾ ਜੀਵਨ ਜਿਹੜਾ ਆਪਣਾ ਪੰਥ ਦੇ ਲੇਖੇ ਲਾਇਆ, ਉਹਨਾਂ ਦਾ ਚਿੱਤਰ ਜਿਹੜਾ ਅੱਜ ਸਿੱਖ ਕੇਂਦਰੀ ਅਜਾਇਬ ਘਰ ਵਿੱਚ ਸਥਾਪਿਤ ਕੀਤਾ ਗਿਆ। ਜੋ ਉਹਨਾਂ ਦੀ ਪਿਕਚਰ ਲਗਾਈ ਗਈ ਹੈ ਅਜਾਇਬ ਘਰ 'ਚ, ਤੇ ਮੈਨੂੰ ਬਹੁਤ ਐਕਸਾਈਟਮੈਂਟ ਵੀ ਹੈ ਤੇ ਅਸੀਂ ਧੰਨਵਾਦ ਕਰਦੇ ਹਾਂ ਕਮੇਟੀ ਦਾ ਬਹੁਤ, ਜਿਨ੍ਹਾਂ ਨੇ ਇੰਨਾ ਉਪਰਾਲਾ ਕੀਤਾ। ਬੀਬੀ ਜਸਵੀਰ ਕੌਰ ਜੀ ਖਾਲਸਾ, ਜਿਨ੍ਹਾਂ ਨੇ 98 ਵਰ੍ਹਿਆਂ ਦੇ ਇਸ ਸਫ਼ਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਔਰ ਸਾਰਾ ਜੀਵਨ ਜਿਹੜਾ ਆਪਣਾ ਪੰਥ ਦੇ ਲੇਖੇ ਲਾਇਆ, ਉਹਨਾਂ ਦਾ ਚਿੱਤਰ ਜਿਹੜਾ ਅੱਜ ਸਿੱਖ ਕੇਂਦਰੀ ਅਜਾਇਬ ਘਰ ਵਿੱਚ ਸਥਾਪਿਤ ਕੀਤਾ ਗਿਆ।
ਜਿਨ੍ਹਾਂ ਨੇ ਗੁਰਸ਼ਬਦ ਕੀਰਤਨ ਦਾ ਪ੍ਰਚਾਰ ਕੀਤਾ ਔਰ ਸੰਤ ਬਾਬਾ ਸੁੱਚਾ ਸਿੰਘ ਜੀ ਦੇ ਨਾਲ ਦੂਤੀ ਗੁਰਮਤਿ ਸੰਗੀਤ ਸੰਮੇਲਨਾਂ ਦੀ ਲੜੀ ਚਲਾਈ। ਉਹਨਾਂ ਦਾ ਜਿਹੜਾ ਚਿੱਤਰ ਹੈ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਸੁਸੱਜਿਤ ਕੀਤਾ ਗਿਆ। ਇਸ ਲਈ ਅਸੀਂ ਸਾਰੇ ਉਹਨਾਂ ਦੇ ਪਰਿਵਾਰ, ਉਹਨਾਂ ਦੇ ਸਹਿਯੋਗੀ ਇੱਥੇ ਹਾਜ਼ਰ ਹੋਏ ਹਾਂ। ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ। ਉਹਨਾਂ ਨੂੰ ਦੇਖ ਕੇ ਅਸੀਂ ਤਾਂ ਜੋ ਉਤਸ਼ਾਹਿਤ ਤੇ ਪ੍ਰੇਰਿਤ ਹੋਣਾ, ਆਉਣ ਵਾਲੇ ਨਵ ਪੁੰਗਰ ਦੇ ਕੀਰਤਨੀਏ, ਗੁਰੂ ਘਰ ਦੇ ਪ੍ਰੇਮੀ ਸਿੱਖ ਸੰਗਤਾਂ ਉਹਨਾਂ ਦੀਆਂ ਤਸਵੀਰਾਂ ਦੇਖ ਕੇ ਉਹਨਾਂ ਦੀ ਪੁਰਾਣੀ ਯਾਦ ਨੂੰ ਸੱਜਰਾ ਕਰਕੇ ਆਪਣੇ ਹਿਰਦੇ ਵਿੱਚ ਉਸ ਵਕਤ ਨੂੰ ਯਾਦ ਕਰਨਗੀਆਂ ਔਰ ਆਪਣੇ ਵੱਡੇ ਭਾਗ ਮਹਿਸੂਸ ਕਰਨਗੀਆਂ। ਮੈਨੂੰ ਲੱਗਦਾ ਕਿ ਸਾਡੀ ਜ਼ਿੰਦਗੀ ਦਾ ਇਸ ਤੋਂ ਵੱਧ ਖੁਸ਼ਨੁਮਾ ਹੋਰ ਕੋਈ ਵੀ ਪਲ ਨਹੀਂ ਹੋ ਸਕਦਾ। इस खास मौके ते श्रोमणी गुरुद्वारा प्रबंधक कमेटी के नवे सूचना दफ्तर का भी प्रोफैसर किरपाल सिंह बडूंगर वालों उद्घाटन किया गया। सैलानियों की सहूलत का खास ध्यान रखते हुए इस दफ्तर नूं नवा रूप दिता गया। ਉਹਨਾਂ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ, ਉਹਨਾਂ ਦੇ ਜੋ ਆਸਾਂ ਵੀ ਨੇ ਉਹਨੂੰ ਪੂਰੀਆਂ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਨਵਾਂ ਸੂਚਨਾ ਕੇਂਦਰ ਬਣਾਇਆ ਗਿਆ, ਜਿਹੜਾ ਬੜਾ ਵਿਸਤ੍ਰਿਤ ਰੂਪ ਵਿੱਚ ਬਣਾਇਆ ਗਿਆ, ਬੜਾ ਵਿਸ਼ਾਲ ਹੈ। ਔਰ ਜਿੱਥੇ ਵੱਖ-ਵੱਖ ਭਾਸ਼ਾਵਾਂ ਵਾਲੇ ਸਾਡੇ ਜਿਹੜੇ ਉਹ ਸੂਚਨਾ ਅਧਿਕਾਰੀ ਬੈਠਣਗੇ, ਉਹਦਾ ਵੀ ਅਜੇ ਉਦਘਾਟਨ ਕੀਤਾ ਗਿਆ। ਉਸ ਉਪਰੰਤ ਧਰਮ ਪ੍ਰਚਾਰ ਤੋਂ ਇਲਾਵਾ ਸਿੱਖਿਆ, ਖੇਡਾਂ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਸ਼੍ਰੋਮਣੀ ਕਮੇਟੀ ਦਾ ਯੋਗਦਾਨ ਕਾਫੀ ਵਡਮੁੱਲਾ ਹੈ। ਅਤੇ ਭਾਵੇਂ ਹੀ ਸ਼੍ਰੋਮਣੀ ਕਮੇਟੀ ਸਿਰਫ ਭਾਰਤ ਦੇ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧਨ ਵੇਖਦੀ ਹੋਵੇ, ਪਰ ਦੁਨੀਆ ਭਰ ਵਿੱਚ ਵਸੇ ਸਿੱਖਾਂ ਦੀ ਅਗਵਾਈ ਕਰਨ ਵਾਲੀ ਸੰਸਥਾ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਹੈ। ਮਨਿੰਦਰ ਸਿੰਘ ਮੋਗਾ, PTC ਨਿਊਜ਼, ਅੰਮ੍ਰਿਤਸਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਥਾਪਨਾ ਦਿਵਸ ਤੇ ਇਹ ਸੀ ਸਾਡੀ ਖਾਸ ਪੇਸ਼ਕਸ਼। ਦੁਨੀਆ ਭਰ ਦੀਆਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਵੇਖਦੇ ਰਹੋ PTC ਨਿਊਜ਼।